Good morning, students. So I hope you're all fine. हाँ जी बच्चे सारे ने फी डिपॉजिट कराती? Yes or no? So I hope I am audible to you. गुड मॉर्निंग हाँ जी, good morning हरभजन. So I understand ਤੁਹਾਡੇ ਹੁਣ ਜਿਵੇਂ 2 ਹਫ਼ਤੇ ਰਹਿ ਗਏ ਤਾਂ so some of you have started missing classes. ठीक है, I would suggest कि ਹੁਣ ਇਸ ਟਾਈਮ ਤੇ ਆ ਕੇ ਕਲਾਸ ਨਾ ਮਿਸ ਕਰੋ, ਰਾਈਟ? ਕਿਉਂਕਿ ਹੁਣ ਜਿਵੇਂ ਥੋੜਾ ਜਿਹਾ ਆਪਣਾ ਵੀ ਇੰਗਲਿਸ਼ ਦਾ ਹੀ ਥੋੜਾ ਜਿਹਾ ਸਿਲੇਬਸ ਪਿਆ, ਬਾਕੀ ਵੀ ਤੁਹਾਡੇ ਰਹਿੰਦੇ ਹੋਣਗੇ, ਬਾਕੀ ਹੁਣ ਤੁਹਾਡੀ ਰਿਵੀਜ਼ਨ ਵੀ ਹੋਏਗੀ ਕੋਈ ਨਾ ਕੋਈ ਕਲਾਸ. ਸੋ ਟਰਾਈ ਟੂ ਬੀ ਰੈਗੂਲਰ, ਰਾਈਟ? ਜੇ ਤੁਹਾਡਾ ਕੋਈ ਰੀਜ਼ਨ ਹੈ ਤੁਸੀਂ ਕਲਾਸ ਨਹੀਂ ਲਗਾ ਸਕਦੇ ਤੁਸੀਂ ਪਹਿਲਾਂ ਮੈਨੂੰ ਇਨਫੋਰਮ ਕਰ ਦਿਓ ਪ੍ਰਾਇਰ, ਰਾਈਟ? सो ओके एंड अनदर थिंग मैं आज ना ग्रुप विच असाइनमेंट पा दूंगी सेकंड वाली, ठीक है? आई वोंट कीप इट मच लेंथी, इट विल बी वेरी शॉर्ट. मोस्ट लाइकली इट विल बी क्वेश्चंस फ्रॉम ਜਿਹੜਾ ਆਪਾਂ प्ले ਹੁਣੀ ਕੰਪਲੀਟ ਕੀਤਾ ਰਾਈਡਰਸ ਟੂ ਦ ਸੀ, ਰਾਈਟ? ਐਂਡ ਇਫ ਵੀ ਆਰ ਏਬਲ ਟੂ ਕੰਪਲੀਟ ਦਿਸ ਪੋਇਮ, ਅੱਜ ਆਪਾਂ ਪੋਇਮ ਦੀ ਸਟਾਰਟ ਕਰਨੀ ਹੈ ਤਾਂ ਆਪਾਂ ਉਹਦੇ ਵੀ ਮੈਂ ਕੁਐਸਚਨਸ ਵਿੱਚ ਪਾ ਦੂੰਗੀ, ਰਾਈਟ? ਜਾਂ ਮੈਂ ਦੇਖਦੀ ਹਾਂ ਜਾਂ ਕੁਝ ਜੇ ਗ੍ਰਾਮਰ ਦਾ ਪੋਰਸ਼ਨ ਪਾਣਾ ਹੋਇਆ, ਸੋ ਇਟ ਇਜ਼ ਗੋਇੰਗ ਟੂ ਬੀ ਵੈਰੀ ਸ਼ਾਰਟ, ਬਟ ਮੇਕ ਸ਼ੋਰ ਆਲ ਆਫ ਯੂ ਸਬਮਿਟ ਇਟ. ਤੁਸੀਂ ਹਲੇ ਕਈ ਬੱਚਿਆਂ ਨੇ ਤੁਸੀਂ ਫਸਟ ਅਸਾਈਨਮੈਂਟ ਵੀ ਨਹੀਂ ਸਬਮਿਟ ਕੀਤੀ, ਰਾਈਟ? ਸੋ ਉਹਦਾ ਵੀ ਮੈਂ ਇੱਕ ਵਾਰ ਰਿਮਾਈਂਡਰ ਵਿੱਚ ਦੇ ਦੂੰਗੀ. ਸੋ ਦੈਟ ਵਾਸ ਇਟ ਐਂਡ ਹੁਣ ਆਪਾਂ ਪੋਇਮ ਅੱਜ ਦੀ ਸਟਾਰਟ ਕਰਦੇ ਹਾਂ. जस्ट गिव मी अ सेकेंड, मैं स्क्रीन शेयर कर दिया. सो बच्चे आज आप ओड ऑन अ ग्रीशियन अर्न पढ़ांगे, राइट? मैम आवाज नहीं आ रही, वीडियो भी रुक रही है. ओ बेटा आई थिंक सम इशू विद द नेटवर्क, मैं भी वही ट्राई कर रही हूँ. ਇੱਥੇ ਸਾਡਾ ਇੰਟਰਨੈਟ ਅੱਜ ਥੋੜਾ ਸਲੋ ਚੱਲ ਰਿਹਾ, ਰਾਈਟ? ਇਹ ਵੀਡੀਓ ਤਾਂ ਆਫ ਹੀ ਕਰ ਦਿੰਦੇ ਆ, ਬੈਟਰ ਹੈ.
All right, so screen is visible. हाँ जी बच्चे, स्क्रीन विजिबल है बेटा, मेरी आवाज आ रही है? Yes, ma'am. ऑल राइट, ठीक है। सो ਅੱਜ ਆਪਾਂ ਨਾ ਆਹ ਪੋਇਮ ਪੜਾਂਗੇ, ਓਡ ਔਨ ਅ ਗ੍ਰੀਸ਼ੀਅਨ ਅਰਨ, ਰਾਈਟ। ਸੋ ਬੱਚੇ ਆਈ ਅੰਡਰਸਟੈਂਡ ਇਹਦੀ ਨਾ ਲੈਂਗੁਏਜ ਥੋੜੀ ਜਿਹੀ ਡਿਫਰੈਂਟ ਹੈ, ਠੀਕ ਹੈ। ਇਹ ਜੌਨ ਕੀਟਸ ਨੇ ਲਿਖੀ ਹੈ। ਜੌਨ ਕੀਟਸ is a very famous poet, right? So it was written around 1816 or 15, ਠੀਕ ਹੈ। ਹੁਣ ਗੱਲ ਇਦਾਂ ਹੈ ਕਿ ਇਹਦੀ ਨਾ ਲੈਂਗੁਏਜ ਤੁਹਾਨੂੰ ਥੋੜੀ ਮੁਸ਼ਕਿਲ ਲੱਗੇਗੀ ਸਮਝਣੀ, ਤਾਂ ਆਪਾਂ ਉਹਦੇ ਵਿੱਚ ਟੈਨਸ਼ਨ ਨਹੀਂ ਲੈਣੀ ਹੈ। We will first read the poem at least once or twice, right? After that I will just simplify it for you, ठीक है। ਆਪਾਂ ਇਹਦਾ ਆਨਲਾਈਨ ਵੀ ਸਮਰੀ ਰੀਡ ਕਰ ਲਾਂਗੇ, ਹਰ ਇੱਕ ਆਪਾਂ ਇਹਦੇ ਜਿਹੜਾ ਸਟੈਂਜ਼ਾ ਦੀ ਜਿਹੜੀ ਹੈਗੀ ਇਹਦਾ ਜਿਹੜੀ ਐਕਸਪਲੇਨੇਸ਼ਨ ਰੀਡ ਕਰ ਲਾਂਗੇ, ਠੀਕ ਹੈ। ਥੋੜੇ ਇਹਦੇ ਵਿੱਚ ਨਾ ਕਾਫੀ ਹੋਰ ਵੀ ਰੈਫਰੈਂਸਸ ਦਿੱਤੀ ਹੋਈਆਂ, ਤੁਹਾਨੂੰ ਥੋੜੀ ਮੁਸ਼ਕਿਲ ਲੱਗੇਗੀ ਸਮਝਣ ਵਿੱਚ, but finally we will be able to do it, don't worry, right? So ode on a Grecian urn, right? So ਪਹਿਲਾਂ ਆਪਾਂ ਦੇਖੀਏ what is an urn. So this is what is an urn. It's a vessel, right? Typically an ornamental vase on a pedestal, and it is used for various purposes. So देखा होगा जिਵੇਂ ना बाहर की करते हैं ਜਾਂ ਆਪਣੇ ਵੀ ਇੱਥੇ ਲਾਈਕ ਆਫਟਰ ਅ ਪਰਸਨ ਇਜ਼ ਕ੍ਰੀਏਟਡ ਉਹਦੀਆਂ ਐਸ਼ਜ਼ ਇੱਕ ਉਹਦੇ ਵਿੱਚ ਪਾ ਕੇ ਰੱਖ ਲੈਂਦੇ ਆ, ਠੀਕ ਹੈ। ਉਹ ਜਿਹੜੇ ਕੰਟੇਨਰਸ ਪਾ ਕੇ ਰੱਖਦੇ ਆ ਉਹਨੂੰ ਅਰਨ ਕਹਿੰਦੇ ਆ, ਠੀਕ ਹੈ। ਸੋ ਇਹ ਜਿਹੜਾ ਓਡ ਹੁੰਦਾ ਹੈ when you write in let's say honor of something, right? ਤੁਸੀਂ ਉਹਨੂੰ ਇੱਕ honor ਕਰਨ ਦੀ ਉਹਦੇ ਵਾਸਤੇ ਪੋਇਮ ਲਿਖ ਰਹੇ ਹੋ, that poem is called an ode, and Grecian is Greek, right? So ode on a Grecian urn, ठीक है। ਹੁਣ ਇਹ ਇੱਕ ਅਰਨ ਸੀਗਾ ਤੇ ਉਸ ਦੇ ਉੱਪਰ ਹੀ ਜੌਨ ਕੀਟਸ ਨੇ ਦੇਖੋ ਪੋਇਮ ਲਿਖੀ, ਉਹਨੂੰ ਉਹ ਅਰਨ ਜਿਹੜਾ ਸੀ ਇੰਨਾ ਸੋਹਣਾ ਲੱਗਿਆ, ਠੀਕ ਹੈ। ਹੁਣ ਜਿਹੜਾ ਜੌਨ ਕੀਟਸ ਸੀ ਨਾ ਇਹ ਬਹੁਤ ਜ਼ਿਆਦਾ ਇੱਕ ਜਿਵੇਂ ਨਾ ਤੁਹਾਨੂੰ ਵੈਸੇ ਆਈ ਐਮ ਨਾਟ ਸ਼ੋਰ ਯੂ ਮਾਈਟ ਬੀ ਅਵੇਅਰ, ਜਿਵੇਂ ਲਿਟਰੇਚਰ 'ਚ ਨਾ ਡਿਫਰੈਂਟ ਟਾਈਪਸ ਦੀਆਂ ਮੂਵਮੈਂਟਸ ਆਈਆਂ, ਜਿਵੇਂ ਆਪਣੇ ਪੰਜਾਬੀ ਲਿਟਰੇਚਰ 'ਚ ਵੀ ਆਈਆਂ, ਹਿੰਦੀ ਵਿੱਚ ਵੀ ਆਈਆਂ, ਕਿ ਕੁਝ ਟਾਈਮ ਨਾ ਇੱਕ ਪਾਰਟਿਕੂਲਰ ਟਾਈਪ ਆਫ ਰਾਈਟਿੰਗ ਕੀਤੀ ਜਾਂਦੀ ਹੈ, ਜ਼ਿਆਦਾ ਮਤਲਬ ਉਹਦਾ ਕ੍ਰੇਜ਼ ਹੁੰਦਾ, ਠੀਕ ਹੈ। ਵਿੱਚ ਦੀ ਜਿਵੇਂ ਟਾਈਮ ਚੱਲਿਆ ਸੀ ਕਿ ਜ਼ਿਆਦਾ ਜਿਵੇਂ ਨਾ ਸਕੇਰੀ ਨੋਵਲਸ ਲਿਖੀਆਂ ਜਾਂਦੀਆਂ ਸੀ, ਫਿਰ ਟਾਈਮ ਚੱਲਿਆ ਸੀ ਕਿ ਬਹੁਤ ਜ਼ਿਆਦਾ ਜਿਵੇਂ ਰੋਮਾਂਟਿਕ ਹੁੰਦਾ ਕਿ ਨਾਟ ਰੋਮਾਂਟਿਕ, ਜਿਵੇਂ ਆਪਣਾ ਰੋਮਾਂਸ ਵਾਲਾ ਰੋਮਾਂਟਿਕ, ਇਟ ਇਜ਼ ਕਿ ਰਾਈਟਿੰਗ ਅਬਾਊਟ ਨੇਚਰ ਦੀ ਬਹੁਤ ਤਾਰੀਫ ਕਰਨੀ, ਠੀਕ ਹੈ, ਰਾਈਟਿੰਗ ਅਬਾਊਟ ਲਵ, ਇਦਾਂ ਦੇ ਜਿਹੜੇ ਟੌਪਿਕਸ ਹੁੰਦੇ ਆ। ਤਾਂ ਜੌਨ ਕੀਟਸ ਵਾਸ ਬੇਸਿਕਲੀ ਅ ਰੋਮਾਂਟਿਕ ਪੋਇਟ, ਦੈਟ ਇਜ਼ ਕਿ ਹੀ ਯੂਜ਼ਡ ਟੂ ਰਾਈਟ mostly about nature, beauty of nature and so on and so forth, ਜਿਹੜੇ ਹੁੰਦੇ ਨੇ ਜ਼ਿਆਦਾ ਇਮੈਜਨਰੀ ਵਰਲਡ 'ਚ ਰਹਿੰਦੇ ਆ, ਇਮੈਜੀਨੇਸ਼ਨ ਵਾਲੇ ਉਹਦੇ ਵਿੱਚ, ਤੇ ਉਹਦੀ ਤਾਰੀਫ ਕਰਦੇ ਰਹਿੰਦੇ ਆ, ਰਾਈਟ। ਸੋ ਦਿਸ ਇਜ਼ ਹਾਊ ਮਤਲਬ ਜੌਨ ਕੀਟਸ ਦੀਆਂ ਮੋਸਟਲੀ ਪੋਇਮਸ ਦੇ ਵਰ ਬੇਸਡ ਔਨ ਦਿਸ ਥੀਮ ਓਨਲੀ, ਰਾਈਟ। ਸੋ ਇਹਨਾਂ ਦੀਆਂ ਓਡਸ ਬਹੁਤ ਫੇਮਸ ਹੈ, ਠੀਕ ਹੈ। ਓਡ ਔਨ ਅ ਗ੍ਰੀਸ਼ੀਅਨ ਅਰਨ, there is ode on I believe ਵੈਸਟਰਨ ਤਾਂ ਪੀਬੀ ਸ਼ੈਲੀ ਦੀ ਸੀ। तो जॉन कीट्स बारे भी पहले थोड़ा जा पढ़ लिए, and also you would notice that he lived for a very short time. He was only 25 when he passed away. He had tuberculosis, right? So but उन्होंने उनने थोड़े टाइम की ਜਿਹੜੀਆਂ poems ਲਿਖਤੀ ਹੈ ਨਾ, they are still देखो ਆਪਾਂ ਅੱਜ ਵੀ ਉਹ ਆਪਣੇ ਸਿਲੇਬਸ 'ਚ ਆਪਾਂ ਰੀਡ ਕਰ ਰਹੇ ਹਾਂ, so they were for ਮਤਲਬ ਉਹ ਤਾਂ ਉਹਨਾਂ ਨੇ forever ਵਾਸਤੇ ਹੀ ਲਿਖਤੀਆਂ। So there is ode to a nightingale, sleep and poetry, on first looking into Chapman's Homer, ठीक है। सो ਇਹਨਾਂ ਦੀਆਂ ਓਡਸ ਕਾਫੀ ਫੇਮਸ ਰਹੀਆਂ, ਕਾਫੀ ਮਤਲਬ ਇਹ ਜਿਵੇਂ ਹੁੰਦਾ ਨਾ ਜਿਹੜੇ ਤੁਸੀਂ ਪੋਇਟਸ ਦੇਖੋਗੇ ਜਾਂ ਆਥਰਸ ਦੇਖੋਗੇ, ਦੇ ਆਰ ਵੈਰੀ ਸੈਂਸਿਟਿਵ, ਇਹ ਹਰ ਇੱਕ ਚੀਜ਼ ਨੂੰ ਡੈਪਥ ਵਿੱਚ ਦੇਖਦੇ, ਆਪਣੀ ਉਨੀ ਆਪਣਾ ਨਜ਼ਰੀਆ ਉੱਦਾਂ ਦਾ ਨਹੀਂ ਹੁੰਦਾ, ਇਹਨਾਂ ਦਾ ਨਜ਼ਰੀਆ ਜ਼ਿਆਦਾ ਡੀਪ ਹੁੰਦਾ, ਰਾਈਟ। ਹੁਣ ਤੁਸੀਂ ਦੇਖੋ ਜਿਹੜਾ ਪੋਇਟ ਇੱਕ ਆਨ ਤੇ ਹੀ ਪੋਇਮ ਪੂਰੀ ਲਿਖ ਰਿਹਾ, ਰਾਈਟ, ਫਿਰ ਉਹਦੇ ਵਾਸਤੇ ਤਾਂ ਪੂਰਾ ਜ਼ਿੰਦਗੀ ਨੂੰ ਦੇਖਣ ਦਾ ਹੀ ਨਜ਼ਰੀਆ ਅਲੱਗ ਹੁੰਦਾ, ਠੀਕ ਹੈ ਜੀ। ਸੋ ਦੈਟ ਵਾਜ਼ ਆਲ ਫॉर ਹਿਮ। ਹੁਣ ਆਪਾਂ ਆਪਣੀ ਪੋਇਮ ਕਰ ਲੈਂਦੇ ਹਾਂ ਸਟਾਰਟ। ਤਾਂ ਤੁਹਾਨੂੰ ਜੇ ਮੁਸ਼ਕਿਲ ਲੱਗੇ ਨਾ, ਡੋਂਟ ਵਰੀ ਬੇਟਾ, ਆਪਾਂ ਨਾ ਇਹਦੀ ਉਹ ਪੜਾਂਗੇ ਕਿਉਂਕਿ ਇਹ ਲੈਂਗੁਏਜ ਆਪਣੀ ਹੁਣ ਦੀ ਇੰਗਲਿਸ਼ ਨਾਲੋਂ ਡਿਫਰੈਂਟ ਹੈ, right? So we will simply read, let's say I would say that we would read the explanation, ਇਹਦੀ ਆਪਾਂ summary read ਕਰ ਲਾਂਗੇ, ਹਰ ਇੱਕ ਜੋ ਇਹਦਾ explain ਕੀਤਾ ਹੈ ਉਹ ਪੜ੍ਹ ਲਾਂਗੇ, ਫਿਰ ਤੁਹਾਨੂੰ ਇਹਦਾ basic idea ਪਤਾ ਚੱਲ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਇਹਦੇ ਜਿਹੜੇ ਸਿੰਪਲ ਦੇ ਥੋੜੇ ਜਿਹੇ ਕੁਐਸਚਨਸ ਹੋਣਗੇ ਉਹਨਾਂ ਨਾਲ ਡੀਲ ਕਰ ਲਾਂਗੇ, and that will be all, right? So let's read it. Thou still unravished bride of quietness, thou foster child of silence and slow time, sylvan historian, who canst thus express a flowery tale more sweetly than our rhyme.
What leaf fringed legend haunts about thy shape, of deities or mortals or of both, in temp or the dales of Arcady? What men or gods are these? What maidens loath? What mad pursuit? What struggle to escape? What pipes and timbrels? What wild ecstasy? ਹੁਣ ਇਹ ਨਾ ਆਨ ਤੇ ਜੋ ਚੀਜ਼ ਬਣੀ ਹੋਈ ਹੈ ਉਹਨੂੰ ਐਕਸਪਲੇਨ ਕੀਤਾ ਗਿਆ ਠੀਕ ਹੈ ਸੋ ਦਾਓ ਦਾ ਮਤਲਬ ਹੁੰਦਾ ਜਿਹੜੀ ਆਪਣੀ ਜਿਹੜੀ ਪੁਰਾਣੀ ਇੰਗਲਿਸ਼ ਲੈਂਗੁਏਜ ਸੀ ਉਹਦੇ ਵਿੱਚ ਯੂ ਨੂੰ ਦਾਓ ਕਹਿੰਦੇ ਸੀਗੇ ਸੋ ਦਾਓ ਸਟਿਲ ਅਨਰੈਵਿਸ਼ਡ ਬ੍ਰਾਈਡ ਆਫ ਕੁਆਇਟਨੈਸ ਠੀਕ ਹੈ ਉਹਨੇ ਅਰਨ ਨੂੰ ਕੰਪੇਅਰ ਕੀਤਾ ਬ੍ਰਾਈਡ ਦੇ ਨਾਲ ਬ੍ਰਾਈਡ ਕਿਹਦੀ ਆਫ ਕੁਆਇਟਨੈਸ ਰਾਈਟ ਦਾਓ ਫੋਸਟਰ ਚਾਈਲਡ ਆਫ ਸਾਇਲੈਂਸ ਐਂਡ ਸਲੋ ਟਾਈਮ ਹੁਣ ਤੁਸੀਂ ਦੇਖੋ ਇਹ ਤੁਹਾਨੂੰ ਲੱਗਿਆ ਕਿ ਕਿੰਨੇ ਅਜੀਬ ਜਿਹੇ ਕੰਪੈਰੀਜ਼ਨਸ ਹੈ ਜਾਂ ਕੀ ਲੈਂਗੁਏਜ ਕੀ ਹੈ ਕਿ ਉਹਨੂੰ ਫੋਸਟਰ ਚਾਈਲਡ ਕਿਹਾ ਹੈ ਕਿਹਦਾ ਸਾਇਲੈਂਸ ਤੇ ਸਲੋ ਟਾਈਮ ਦਾ ਰਾਈਟ ਹੁਣ ਕੁਆਇਟਨੈਸ ਸਾਇਲੈਂਸ ਸਲੋ ਟਾਈਮ ਇਹਦਾ ਮਤਲਬ ਹੈ ਕਿ ਜਿਹੜਾ ਜੋ ਵੀ ਉਹਦੇ ਤੇ ਬਣਿਆ ਹੋਇਆ ਹੈ ਉਹ ਇੱਕ ਟਾਈਮ ਪੀਰੀਅਡ ਵਿੱਚ ਲੌਕਡ ਹੈ ਤੁਹਾਨੂੰ ਇਹ ਲੱਗਦਾ ਕਿ ਇਹ ਤਾਂ ਇੱਕ ਟਾਈਮ ਵਿੱਚ ਹੀ ਸਾਰਾ ਰੁਕ ਗਿਆ ਜਿਹੜਾ ਉਹਦੇ ਸੀਨ ਬਣਿਆ ਹੋਇਆ ਠੀਕ ਹੈ Sylvan historian who can't thus express a flowery tale more sweetly than our rhyme ਠੀਕ ਹੈ ਉਹਨੂੰ ਜਿਹੜਾ ਅਰਨ ਹੈ ਉਹਨੂੰ ਹਿਸਟੋਰੀਅਨ ਕਹਿ ਰਿਹਾ ਹੈ ਕਿ ਤੇਰੇ ਤੇ ਤਾਂ ਹਿਸਟਰੀ ਲਿਖੀ ਹੋਈ ਹੈ ਕਿ ਤੂੰ ਇੱਕ ਹਿਸਟੋਰੀਅਨ ਹੈ and you are expressing a flowery tale more sweetly than our rhyme right what leaf fringed legend haunts about thy shape thy is your ठीक है ਜਿਵੇਂ thou is for you thy is your ठीक है what leaf fringed legend haunts about thy shape मतलब कि तेरी शेप ਤੇ ਤੇਰੇ ਆਕਾਰ ਤੇ ਇੱਕ ਕੋਈ ਲੈਜੈਂਡ ਬਣੀ ਹੋਈ ਹੈ ਠੀਕ ਹੈ ਹੁਣ ਇਹ ਸਾਰਾ ਨਾ ਪੋਇਟ ਐਕਸਪਲੇਨ ਕਰ ਰਿਹਾ ਕਿ ਉਸ ਆਨ ਤੇ ਬਣਿਆ ਕੀ ਹੋਇਆ ਰਾਈਟ of deities or mortals or of both के मतलब या तो जो deities होंगे gods या तो gods भी बनी हुई है mortals we all are mortal is just someone who dies one day ठीक है so human beings are all mortals right we are not immortal however ਆਪਾਂ gods ਨੂੰ ਮੰਨਦੇ ਹਾਂ ਕਿ ਉਹ ਤਾਂ ਹੈ ਹੀ immortal ਉਸ ਤੇ ਉਹ ਤਾਂ ਟਾਈਮ ਦੇ ਝੰਜਟ ਤੋਂ ਬਾਹਰ ਨਿਕਲੇ ਹੋਏ ਹੈ right so of deities or mortals or of both right ਸੋ ਮਤਲਬ ਹੁਣ ਜਿਹੜੀ ਉਹਦੇ ਤੇ ਟੇਲ ਬਣੀ ਹੋਈ ਹੈ ਉਹ ਤੇ ਜਿਹੜੀ ਸਟੋਰੀ ਡਿਪਿਕਟ ਕੀਤੀ ਹੋਈ ਹੈ ਉਹ ਮੇਬੀ ਡੀਟੀਜ਼ ਦੀ ਹੈ ਮਤਲਬ ਗॉड्स ਦੀ ਹੈ ਜਾਂ ਉਹ ਹਿਊਮਨਸ ਦੀ ਹੈ ਇਨ ਟੈਂਪ ਔਰ ਦ ਡੇਲਸ ਆਫ ਆਰਕੇਡੀ ਹੁਣ ਆਰਕੇਡੀ ਇੱਕ ਪਲੇਸ ਸੀਗੀ ਕਿ ਜਾਂ ਤਾਂ ਉੱਥੇ ਦੀ ਉਹ ਬੇਸਡ ਸਟੋਰੀ ਹੈ ਰਾਈਟ ਜਾਂ ਟੈਂਪ ਦੀ ਸਟੋਰੀ ਹੈ what men or gods are these what maidens look maidens are women young women ਠੀਕ ਹੈ ਤਾਂ ਇਹ ਪੋਇਟ ਉਹਨੂੰ ਪੁੱਛ ਰਿਹਾ ਹੈ ਕਿ ਆ ਕਿਹੜੇ men ਬਣੇ ਹੋਏ ਆ ਕਿਹੜੇ gods ਬਣੇ ਹੋਏ ਆ ਠੀਕ ਹੈ what mad pursuit ਕਿ ਇਹ ਕਿਸ ਪਰਸੂਟ ਤੇ ਕੀ ਚੀਜ਼ ਕਰਨਾ ਚਾਹ ਰਹੇ ਹੈ ਕੋਈ ਇਹ ਸਟਰਗਲ ਹੈ ਇਹਨਾਂ ਦਾ escape ਕਰਨ ਦਾ what pipes and timbrels what wild ecstasy right what मतलब उसे pipes and timbrels भी बने हुए हैं pipes and timbrels are musical instruments right what wild ecstasy so wild ecstasy mean कि एक कुछ मतलब इसे कुछ celebration चल रही है उधर पे right heard melodies are sweet but those unheard are sweeter therefore ये soft pipes play on ठीक है ਹੁਣ ਉਹ ਕਹਿ ਰਿਹਾ ਕਿ ਜਿਹੜਾ ਆਪਾਂ ਸੁਣ ਸਕਦੇ ਹਾਂ 뮤직 ਉਹ ਤਾਂ ਅੱਛਾ ਹੁੰਦਾ ਹੀ ਹੈ ਬਟ ਜਿਹੜਾ those unheard are sweeter ਜਿਹੜਾ ਸੁਣਦਾ ਹੀ ਨਹੀਂ ਉਹ ਤਾਂ ਹੋਰ ਵੀ ਸਵੀਟ ਹੈ ਕਿ ਜਿਹੜਾ ਤੁਸੀਂ ਇਮੇਜਿਨ ਕਰਦੇ ਹੋ ਹੁਣ ਜਿਹੜਾ ਪੋਇਟ ਹੈ ਨਾ ਉਹ ਇੱਥੇ ਇਮੇਜਿਨ ਕਰ ਰਿਹਾ ਕਿ ਉਹ ਤੇ ਜਿਹੜੀਆਂ ਪਾਈਪਸ ਬਣੀਆਂ ਹੋਈਆਂ ਠੀਕ ਹੈ ਪਾਈਪਸ ਤੁਹਾਨੂੰ ਆਈ ਹੋਪ ਲੈਟਸ ਸੀ ਇਫ ਵੀ ਕੈਨ ਜਸਟ ਫਾਈਂਡ ਇਟ ਪਾਈਪਸ ਦਾ ਜਿਵੇਂ ਬੈਗ ਪਾਈਪਸ ਹੁੰਦੇ ਆ so it is something like this right so it's a wind instrument something like this मतलब ਇਹਦੀਆਂ ਹੀ ਵੇਰੀਏਸ਼ਨ ਜਿਹੜੀਆਂ ਹੋਣਗੀਆਂ ਠੀਕ ਹੈ ਉਹਨੂੰ ਪਾਈਪਸ ਕਹਿੰਦੇ ਆ ਤੇ ਉਹ ਇੱਥੇ ਕਹਿ ਰਿਹਾ ਕਿ ਆਪਾਂ ਜਿਹੜੀਆਂ ਹਰਡ ਮੈਲੋਡੀਜ਼ ਆਰ ਸਵੀਟ ਨੋ ਡਾਊਟ ਬਟ ਜਿਹੜੀਆਂ ਅਨਹਰਡ ਹੈ ਜਿਹੜੀ ਕਿ ਤੁਸੀਂ ਇਮੇਜਿਨ ਕਰਦੇ ਹੋ ਠੀਕ ਹੈ ਹੁਣ ਇਹ ਜਿਹੜਾ ਪੋਇਟ ਹੈ ਉਹ ਉਹਨੂੰ ਕਹਿ ਲਓ ਕਿ ਉਹਨੂੰ ਜਿਹੜਾ ਐਪਰੀਸ਼ੀਏਟ ਕਰ ਰਿਹਾ ਬਿਊਟੀ ਆਫ ਦ ਅਰਨ ਉਹਨੂੰ ਦੇਖ ਰਿਹਾ ਠੀਕ ਹੈ ਤੇ ਉਹਦੇ ਵਿੱਚ ਉਹ ਸੋਚ ਰਿਹਾ ਕਿ ਹਾਂ ਜਿਹੜੇ ਆ ਪਾਈਪਸ ਹੈ ਇਹ ਵੱਜ ਰਹੀਆਂ ਹੋਣਗੀਆਂ ਇਹ ਜਿਹੜਾ ਸੀਨ ਕੈਪਚਰਡ ਹੈ ਰਾਈਟ ਤੇ ਉਦੋਂ ਮਤਲਬ ਇਹ ਤਾਂ 뮤직 ਹੋਰ ਵੀ ਜ਼ਿਆਦਾ ਵਧੀਆ ਹੋਏਗਾ ਆਪਾਂ ਇਮੇਜਿਨ ਵੀ ਨਹੀਂ ਕਰ ਸਕਦੇ ਕਿੰਨਾ ਅੱਛਾ ਹੋਏਗਾ ਠੀਕ ਹੈ ਜੀ ਸੋ ਮੂਵਿੰਗ ਫਰਦਰ ਲੈਟਸ ਸੀ therefore ये soft pipes play on ਤੇ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ 뮤직 ਵਜਾਉਂਦੇ ਰਹੋ ਰੁਕੋ ਨਾ ਠੀਕ ਹੈ not to the sensual ear but more endeared pipe to the spirit deities of no tone right ਸੋ ਕਹਿ ਰਿਹਾ ਕਿ ਇਹ ਨਹੀਂ ਕਿ ਆਪਣੇ ਕੰਨਾਂ ਨੂੰ ਹੀ ਇਹ ਤਾਂ ਆਪਣੇ ਜਿਹੜੇ ਸਪਿਰਿਟ ਨੂੰ ਵੀ ਇਹ 뮤직 ਟੱਚ ਕਰ ਰਿਹਾ ਰਾਈਟ fair youth beneath the trees
thou canst not leave thy song, nor ever can those trees be bare. Bold lover, never, never canst thou kiss, though winning near the goal, yet do not grieve. She cannot fade, though thou hast not thy bliss, forever will thou love and she be fair. ਹੁਣ ਬੇਟਾ ਇੱਥੇ ਥੋੜਾ ਜਿਹਾ ਜ਼ਿਆਦਾ ਉਹ ਵਾਲੇ words ਆ ਗਏ, so I understand you might be confused, right? But don't worry, let's just break it down and ਆਪਾਂ ਇਹਨੂੰ read ਕਰਦੇ ਹਾਂ, ਠੀਕ ਹੈ ਜੀ? ਸੋ ਬੱਚੇ ਸੋ ਫਾਰ ਤੁਹਾਨੂੰ ਸਮਝ ਆ ਰਿਹਾ, ਕੁਝ ਮੁਸ਼ਕਿਲ ਤਾਂ ਨਹੀਂ ਹੈ? ਹਾਂਜੀ, ਯੈਸ, ਹਾਂਜੀ ਬੱਚੇ ਕੁਝ ਮੁਸ਼ਕਿਲ ਤਾਂ ਨਹੀਂ ਲੱਗ ਰਿਹਾ? No, ma'am. All right, so I understand ਥੋੜੀ ਜਿਹੀ ਇਹਦੀ language different ਹੈ, but ਆਪਾਂ ਨਾਲ ਦੀ ਨਾਲ ਪੜ੍ਹਦੇ ਰਹਾਂਗੇ, it will be easy, right? so ਹੁਣ ਇੱਥੇ ਦੇਖੋ ਕਿਹੜੀ ਗੱਲ ਹੋ ਰਹੀ ਹੈ, ਇੱਥੇ ਉਹ ਕਹਿ ਰਿਹਾ fair youth beneath the trees thou canst not leave, ਠੀਕ ਹੈ? ਹੁਣ ਜਿਵੇਂ can ਨੂੰ ਨਾ canst ਲਿਖਦੇ ਸੀ, thou is for you, ਠੀਕ ਹੈ? ਹੁਣ ਉਹ ਕਹਿ ਰਿਹਾ fair youth, ਉੱਥੇ ਮੇਬੀ ਬਹੁਤ ਗੋਰਾ ਜਿਹਾ ਕੋਈ ਬੰਦਾ ਬੈਠਾ ਹੈ, right? A youth, right? Some young man, he is sitting beneath the trees, and a poet ਉਹਨੂੰ ਕਹਿ ਰਿਹਾ ਕਿ ਦੇਖੋ ਤੂੰ leave ਤਾਂ ਕਰ ਨਹੀਂ ਸਕਦਾ, thy song, thy is your song, nor ever can those trees be bare, ਠੀਕ ਹੈ? ਹੁਣ ਜਿਵੇਂ fair youth ਬੈਠਾ ਹੋਇਆ tree ਦੇ ਥੱਲੇ, poet ਦੀ imagination ਹੈ, maybe ਉਹ on ਤੇ fair youth ਬਣਿਆ ਹੋਇਆ, right? And he's saying कि you cannot leave your song, right? nor ever can those trees be bare, जो even ਜਿਹੜੀਆਂ on ਤੇ trees ਬਣੀਆਂ ਹੋਈਆਂ ਉਹ ਹਮੇਸ਼ਾ green ਰਹਿਣਗੀਆਂ. Why? Because a particular scene on ਤੇ capture ਹੋ ਗਿਆ, so it will remain the same way, right? so bold lover, never ever, never never can you kiss, right? ਹੁਣ ਉਹ ਕਹਿ ਰਿਹਾ ਕਿ maybe you want to kiss your beloved, however you cannot do that because ਤੁਹਾਡਾ scene ਤਾਂ ਉੱਥੇ ਹੀ freeze ਹੋ ਕੇ ਤੇ on ਤੇ capture ਹੋ ਗਿਆ, right? though winning near the goal, yet do not grieve, कह रहे बट यू आर सिटिंग विद योर बिलवेड, राइट? तो अपनी ਜਿਹੜੀ मतलब चलो इमेजिन कर लो उस टाइम ਤੇ ਉਹਦੀ गर्लफ्रेंड जो भी ਸੀ ਉਹਦੇ ਨਾਲ ਬੈਠਾ ਹੋਇਆ ਹੈ, ਸੋ कह रहे कि do not grieve, don't be sad, right? she cannot fade, though you have not thy bliss, forever will your love and she be fair, ठीक है? ਹੁਣ ਉਹ ਕਹਿ ਰਿਹਾ ਕਿ ਦੇਖ ਤੇਰੀ गर्लफ्रेंड ਵੀ मतलब ਤੇਰੇ ਨਾਲ ਉੱਥੇ ਹੀ ਆਨ ਤੇ ਉਦੋਂ ਹੀ ਬਣੀ ਰਹੇਗੀ, she cannot fade, she cannot leave, right? so forever your love will be there, right? ਹੁਣ ਇਹ ਤੁਸੀਂ ਮਤਲਬ ਥੋੜਾ ਜਿਹਾ ਉਹ ਤੁਹਾਨੂੰ ਲੱਗੇਗਾ ਕਿ ਇੱਕ ਮਤਲਬ ਕੀ ਗੱਲ ਹੋ ਰਹੀ ਹੈ ਤੇ ਹੋ ਵੀ ਕੀ ਹੈ, ਬਟ ਡੋਂਟ ਵਰੀ, ਦੇਖੋ ਉਸ ਟਾਈਮ ਦੇ ਨਾ ਪੋਇਮਸ ਥੋੜੀ ਇਦਾਂ ਹੀ ਸੀਗੀਆਂ, ਮੋਰ ਅਬਾਊਟ ਇਮੈਜਿਨੇਸ਼ਨ, more about appreciating the beauty, more about nature, more about love, more about human relationships, ਸਾਰੇ ਨਾ ਇਦਾਂ ਦੇ ਟੌਪਿਕ ਸੀਗੇ, ਠੀਕ ਹੈ? ਉਸ ਤੋਂ ਪਹਿਲਾਂ ਜਿਵੇਂ ਹਰ ਇੱਕ ਦੌਰ ਵਿੱਚ ਨਾ ਡਿਫਰੈਂਟ ਟੌਪਿਕਸ ਤੇ ਜ਼ਿਆਦਾ ਪੋਇਮਸ ਲਿਖੀਆਂ ਗਈਆਂ, ਜ਼ਿਆਦਾ ਸਟੋਰੀਜ਼ ਲਿਖੀਆਂ ਗਈਆਂ, ਨੋਵਲਸ ਲਿਖੀਆਂ ਗਈਆਂ, ਪਲੇਜ਼ ਲਿਖੇ ਗਏ, ਠੀਕ ਹੈ? ਸੋ ਇੱਥੇ ਵੀ ਸੇਮ ਚੀਜ਼ ਹੈ, it is just that you know in this time more focus was on let's say beauty, nature, love. so ਇੱਥੇ ਵੀ ਦੇਖੋ ਇਹ ਬਿਊਟੀ ਆਫ ਜਿਹੜਾ ਨੇਚਰ ਹੈ ਉਹਦੀ ਵੀ ਗੱਲ ਕਰ ਰਿਹਾ, ਰਾਈਟ? ਟਰੀਜ਼ ਦੀ ਗੱਲ ਕਰ ਰਿਹਾ ਕਿ ਟਰੀਜ਼ ਹਮੇਸ਼ਾ ਇਹ ਵਧੀਆ ਗ੍ਰੀਨ ਰਹਿਣਗੇ, ਦੇ ਵੋਂਟ ਬੀ ਬੇਅਰ, ਮਤਲਬ ਕਿ ਇਹਨਾਂ ਦੇ ਲੀਵਸ ਸ਼ੈਡ ਨਹੀਂ ਕਰਨਗੇ। ਸਿਮਿਲਰਲੀ ਤੁਸੀਂ ਵੀ ਇੱਥੇ ਇਵੇਂ ਹੀ ਰਹੋਗੇ, ਚਾਹੇ ਤੁਹਾਡਾ ਉਹੀ ਵਾਲਾ ਇੱਕ ਸੀਨ ਪੱਕਾ ਹੋਇਆ, ਬਟ ਸਟਿਲ ਯੂ ਗਾਇਜ਼ ਵਿਲ ਬੀ ਟੁਗੇਦਰ, ਰਾਈਟ? ਐਂਡ ਯੂ ਵਿਲ ਬੀ ਟੁਗੇਦਰ ਫੋਰਐਵਰ, ਚਾਹੇ ਉਹ ਇੱਕ ਪਿਕਚਰਸ ਨੇ, ਠੀਕ ਹੈ ਜੀ? ਫਿਰ ਹੁਣ ਆਪਾਂ ਫਰਦਰ ਮੂਵ ਕਰਦੇ ਹਾਂ। Happy, happy boughs that cannot shed your leaves, nor ever bid the spring adieu, and happy melodist unwearied, forever piping songs forever new. More happy love, more happy, happy love, forever warm and still to be enjoyed, forever panting and forever young, all breathing human passion far above, that leaves a heart high sorrowful and cloyed, a burning forehead and a parching tongue। ठीक है? ਹੁਣ ਇਹ ਵਾਲੇ ਸਟੈਂਜ਼ਾ ਚ ਕੀ ਗੱਲ ਹੋ ਰਹੀ ਹੈ? ਉਹ ਗੱਲ ਕਰ ਰਿਹਾ ਬਾਊਜ਼ ਆਰ ਬੇਟਾ ਗਰੁੱਪਸ ਆਫ ਟਰੀਜ਼, ਜਿਵੇਂ ਨਾ ਜਿਹੜੇ ਟਰੀਜ਼ ਦੇ ਟੌਪ ਨਹੀਂ ਹੁੰਦੇ, ਜਿਵੇਂ ਤੁਸੀਂ ਦੇਖਦੇ ਹੋ ਬਿਲਕੁਲ ਰਾਉਂਡ ਐਂਡ ਗ੍ਰੀਨ ਲੀਵਸ ਨਾਲ ਭਰੇ ਹੋਏ ਟਰੀ ਟੌਪਸ, ਠੀਕ ਹੈ? ਉਹਨੂੰ ਬਾਊਜ਼ ਕਿਹਾ ਜਾ ਰਿਹਾ। that cannot shed, मतलब obviously ਹੁਣ ਕਿਉਂਕਿ ਇਹ ਪਿਕਚਰ ਇੱਕ ਆਨ ਤੇ ਬਣੀ ਹੋਈ ਹੈ, ਇਹ ਪਿਕਚਰ ਤਾਂ ਹਮੇਸ਼ਾ ਇਦਾਂ ਰਹੇਗੀ, ਠੀਕ ਹੈ? ਤੇ ਇਹ ਇਮੇਜਿਨ ਕਰ ਰਿਹਾ ਕਿ ਦੇਖੋ ਇਹ ਵਾਲੇ ਟਰੀਜ਼ ਵੀ ਹਮੇਸ਼ਾ ਗ੍ਰੀਨ ਰਹਿਣਗੇ, ਠੀਕ ਹੈ? ਇੱਥੇ ਹਮੇਸ਼ਾ ਸਪ੍ਰਿੰਗ ਸੀਜ਼ਨ ਹੀ ਰਹੇਗਾ, nor ever bid the spring adieu, bidding adieu means to say goodbye, ठीक है? so spring will also always remain, कि leaves will never say goodbye to spring, right? and happy melodist unwearied,
अनवेरिड मीन्स के हु इज नॉट टायर्ड, ठीक है, वेरिड मीन्स बीइंग टायर्ड, अनवेरिड इज के उन्हें कदे टायर्ड होना ही नहीं है, ठीक है। हैप्पी मेलोडिस्ट, मेलोडिस्ट इज जिहड़ा कि वो पाइप प्ले कर रहा सी, जिहड़ा म्यूजिशियन है उत्थे, ठीक है। फॉरएवर पाइपिंग सॉन्ग्स फॉरएवर न्यू, सो ही इज ऑलवेज यू नो अपनी पाइप प्ले कर रहा है, नवे सॉन्ग्स बजा रहा है। मोर हैप्पी लव, मोर हैप्पी हैप्पी लव, फॉरएवर वार्म एंड स्टिल टू बी इंजॉयड, फॉरएवर पैंटिंग एंड फॉरएवर यंग। तो इतने जो लव भी डिपिक्ट किया, इट इज वेरी यंग, इट इज न्यू, व्हाई एंड हाउ विल इट ऑलवेज रिमेन न्यू, बिकॉज एक पिक्चर विच कैद है, ठीक है, वो उदा ही रहेगा। तो ये पोएम ने ना यही कैप्चर किया कि किवें देखो पेंटिंग के थ्रू कितना सोहना सीन एक हमेशा वास्ते कैप्चर हो जाता है। ऑलराइट, all breathing human passion far above that leaves the heart high sorrowful and cloyed, a burning forehead and a parching tongue. Let's see ahead. Who are these coming to the sacrifice? To what green altar a mysterious priest? Least thou that heifer lowing at the skies, and all her silken flanks with garlands dressed? What little town by river or seashore, or mountain built with peaceful citadel, is emptied of this folk, this pious morn? And little town, thy streets for evermore will silent be, and not a soul to tell why thou art desolate can ever return. ठीक है, ਹੁਣ ਇੱਥੇ ਨਾ ਇੱਕ ਹੋਰ ਮਤਲਬ ਦੇਖੋ ਵਾਸਤੇ ਨਾ ਜਿਵੇਂ ਡਿਫਰੈਂਟ ਸੀਨਸ ਬਣੇ ਹੋਏ ਆ। ਇੱਕ ਆਪਾਂ ਦੇਖਿਆ ਕਿ ਦੋ ਲਵਰਸ ਬੈਠੇ ਆ, ਨਾਲ ਉਹਨਾਂ ਦੇ ਮਿਊਜ਼ੀਸ਼ੀਅਨ ਹੈ, ਉਹਦਾ ਸੀਨ ਹੈ। ਹੁਣ ਇੱਥੇ ਗੱਲ ਕਰ ਰਿਹਾ ਕਿ ਸ਼ਾਇਦ ਨਾ ਇੱਕ ਬਹੁਤ ਜ਼ਿਆਦਾ ਇੱਕ ਗੈਦਰਿੰਗ ਆਫ ਪੀਪਲ ਹੈ, ਠੀਕ ਹੈ, ਤੇ ਮੇਬੀ ਉਹ ਕੋਈ ਸੈਕਰੀਫਾਈਸ ਕਰਨ ਲੱਗੇ ਆ, ਕੋਈ ਪੂਜਾ ਹੋਣ ਵਾਲੀ ਹੈ, ਤਾਂ ਉਹਦਾ ਸੀਨ ਦੱਸਿਆ ਹੋਇਆ, ਠੀਕ ਹੈ। ਤੇ ਇੱਥੇ ਉਹ ਇਹੀ ਗੱਲ ਕਰ ਰਿਹਾ ਕਿ ਇੱਕ ਮਿਸਟੀਰੀਅਸ ਪ੍ਰੀਸਟ ਹੈ, ਰਾਈਟ। ਦੈਨ ਗ੍ਰੀਨ ਆਲਟਰ, ਆਲਟਰ ਹੁੰਦਾ ਬੇਟਾ ਲਾਈਕ ਜਿਵੇਂ ਚਰਚ ਵਿੱਚ ਹੁੰਦਾ ਨਾ, ਜਿਹੜਾ ਅੱਗੇ ਤੁਸੀਂ ਜੇ ਤੁਸੀਂ ਮੂਵੀਜ਼ ਵਗੈਰਾ ਦੇਖਿਆ ਹੋਇਆ, ਉਦਾਂ ਵੀ ਤੁਸੀਂ ਜੇ ਚਰਚ ਵਿਜ਼ਿਟ ਕੀਤਾ ਹੋਇਆ ਨਾ, ਤਾਂ ਜਿਹੜਾ ਅੱਗੇ ਜਾ ਕੇ ਜਿੱਥੇ ਆਪਾਂ ਪ੍ਰੇ ਕਰਦੇ ਹਾਂ, ਜਿਹੜਾ ਉਹ ਵਾਲਾ ਏਰੀਆ ਹੁੰਦਾ, ਦੈਟ ਇਜ਼ ਐਨ ਆਲਟਰ, ਰਾਈਟ। ਤੁਸੀਂ ਦੇਖਿਆ ਹੋਏਗਾ ਕਿ ਜਿਵੇਂ ਅੱਛਾ ਵੈਰੀ ਸਿੰਪਲ, ਜਿੱਥੇ ਜਿਵੇਂ ਮੂਵੀਜ਼ ਦਿਖਾਉਂਦੇ ਆ ਨਾ ਬਾਹਰ ਜਿਹੜੀਆਂ ਵੈਡਿੰਗਸ ਹੁੰਦੀਆਂ, ਕ੍ਰਿਸਚੀਅਨ ਵੈਡਿੰਗਸ, ਤਾਂ ਜਿੱਥੇ ਬ੍ਰਾਈਡ ਐਂਡ ਗਰੂਮ ਖੜੇ ਹੋ ਕੇ ਉਹ ਵਾਉਜ਼ ਲੈਂਦੇ ਆ, ਜਿੱਥੇ ਉਹਨਾਂ ਦੀ ਮਤਲਬ ਸਾਰੀ ਸੈਰਮਨੀ ਹੁੰਦੀ ਹੈ, ਦੈਟ ਇਜ਼ ਐਨ ਆਲਟਰ, ਰਾਈਟ। So यही कह रहे to what green altar, O mysterious priest, lead thou that heifer lowing at the skies, and all her silken flanks with garlands dressed, right? So ਇੱਥੇ ਇੱਕ ਲੇਡੀ ਦੀ ਵੀ ਗੱਲ ਹੋ ਰਹੀ ਹੈ ਜਿਹਨੇ ਕਿ ਆਪਣੇ ਯੂ نو ਗਾਰਲੈਂਡਸ ਪਾਏ ਹੋਏ ਆ, ਠੀਕ ਹੈ। ਗਾਰਲੈਂਡਸ ਆਰ ਫਲਾਵਰਸ ਦੇ ਜਿਹੜੇ ਨੈਕਲੇਸ ਬਣੇ ਹੁੰਦੇ ਆ। Then what little town by river or sea shore or mountain built with peaceful citadel is emptied of this folk, this pious morn, right? ਹੁਣ ਇਹ ਕੀ ਗੱਲ ਹੋ ਰਹੀ ਹੈ ਕਿ ਕਿਹੜੇ ਛੋਟੇ ਟਾਊਨ ਤੋਂ ਇਹ ਸਾਰੇ ਲੋਕ ਇੱਥੇ ਇਕੱਠੇ ਹੋਏ ਹੈ, ਕਿ ਕਿਹੜਾ ਟਾਊਨ ਖਾਲੀ ਹੋ ਗਿਆ ਕਿ ਉਹਨਾਂ ਦੇ ਸਾਰੇ ਲੋਕ ਹੀ ਇੱਥੇ ਆ ਗਏ, ਠੀਕ ਹੈ। ਔਰ ਮਾਊਂਟੇਨ ਬਿਲਟ ਵਿਦ ਪੀਸਫੁਲ ਸਿਟਾਡਲ, ਰਾਈਟ। ਐਂਡ ਲਿਟਲ ਟਾਊਨ thy streets for evermore will silent be, ਮਤਲਬ ਕਿ ਹੁਣ ਜਿਹੜਾ ਇਹ ਉਹ ਪੋਇਟ ਇਮੇਜਿਨ ਕਰ ਰਿਹਾ ਕਿ ਸਾਰੇ ਕਿਤੋਂ ਆਏ ਹੋਣਗੇ, ਰਾਈਟ। ਐਂਡ ਜਿਹੜੀ ਜਗ੍ਹਾ ਤੋਂ ਆਏ ਹੋਣਗੇ ਉਹ ਤਾਂ ਹੁਣ ਖਾਲੀ ਹੋ ਗਿਆ ਹੋਏਗਾ, ਕਿਉਂਕਿ ਇੱਥੇ ਦੇਖੋ ਸਾਰਾ ਉਹ ਸੀਨ ਕੈਪਚਰ ਹੋ ਗਿਆ, ਠੀਕ ਹੈ। ਇਹ ਤਾਂ ਲੋਕ ਇੱਥੇ ਹੀ ਰਹਿ ਗਏ, ਤੇ ਉਹ ਜਿਹੜਾ ਲਿਟਲ ਟਾਊਨ ਹੈ ਉਹਦੇ ਕੋਲ ਕੋਈ ਦੱਸਣ ਨੂੰ ਵੀ ਨਹੀਂ ਹੈ ਕਿ ਉਹ ਇੰਨਾ ਡੈਜ਼ੋਲੇਟ ਕਿਉਂ ਹੈ, ਡੈਜ਼ੋਲੇਟ ਕੀ ਹੈ, ਵਾਈ ਇਜ਼ ਇਟ ਸੋ ਲੋਨਲੀ, ਵਾਈ ਇਜ਼ ਇਟ ਸੋ ਐਮਟੀ, ਰਾਈਟ। ਐਂਡ ਵਾਈ ਦ ਪੀਪਲ ਵੋਂਟ ਐਵਰ ਰਿਟਰਨ, ਰਾਈਟ। ਸੋ ਨਾਓ ਲੈਟਸ ਮੂਵ ਫਰਦਰ। O Attic shape, fair attitude, with breed of marble men and maidens overwrought, with forest branches and the trodden weed, thou silent form does tease us out of thought, as does eternity, cold pastoral. When old age shall this generation waste, you shall remain in midst of other woe than ours, a friend to man, to whom you say, beauty is truth, truth, beauty, that is all you know on earth and all you need to know, right? ਹੁਣ ਇਹਦਾ ਬੇਟਾ ਕੀ ਮਤਲਬ ਹੋਇਆ ਕਿ ਉਹ ਨਾ ਐਂਡ ਵਿੱਚ ਉਹ ਜਿਹੜਾ ਅਰਨ ਹੈ ਉਹਦੀ ਬਹੁਤ ਪ੍ਰੇਜ਼ ਕਰ ਰਿਹਾ, ਰਾਈਟ। ਉਹਨੂੰ ਇਹੀ ਕਹਿ ਰਿਹਾ ਕਿ ਯੂ ਮਤਲਬ ਸੋ ਪ੍ਰਿਟੀ, ਯੂ ਆਰ ਸੋ ਪ੍ਰਿਟੀ ਐਂਡ ਸੋ ਬਿਊਟੀਫੁਲ, ਰਾਈਟ। ਫਿਰ ਤੇ ਮਾਰਬਲ ਮੈਨ ਐਂਡ ਮੇਡਨਸ ਬਣੀ ਹੋਈਆਂ, ਮੇਡਨਸ ਆਰ ਲੇਡੀਜ਼, ਰਾਈਟ। ਐਂਡ ਵਿਦ ਫੋਰੈਸਟ ਬ੍ਰਾਂਚेस ਐਂਡ ਟ੍ਰੋਡਨ ਵੁੱਡ, ਮਤਲਬ ਫੋਰੈਸਟ ਦਾ ਸੀਨ ਬਣਿਆ ਹੋਇਆ ਹੈ, ਠੀਕ ਹੈ। ਟ੍ਰੋਡਨ ਵੀਡ, your silent form teases us out of thought, मतलब कि ਉਹ ਤਾਂ ਦੇਖੋ ਜਿਹੜਾ ਆਨ ਹੈ ਉਹ ਚੁੱਪਚਾਪ ਬੈਠਾ ਹੋਇਆ ਹੈ, ਬਟ ਉਹਨੇ ਪੋਇਟ ਨੂੰ ਕਿੰਨੀਆਂ ਹੀ ਸੋਚਾਂ ਵਿਚਾਰਾਂ ਚ ਪਾਤਾ ਕਿ ਪੋਇਟ ਕਿੰਨਾ ਜ਼ਿਆਦਾ ਹੀ ਇਮੇਜਿਨ ਕਰਨ ਲੱਗ ਗਿਆ ਉਹਦੇ ਤੇ ਜੋ ਬਣਿਆ ਹੋਇਆ ਹੈ, ਰਾਈਟ। ਉਹ ਤਾਂ ਇੱਕ ਸਿੰਪਲ ਆਨ ਹੈ, ਇੱਕ ਆਬਜੈਕਟ ਹੈ, ਬਟ ਉਸ ਆਬਜੈਕਟ ਤੇ ਬਣੀਆਂ ਚੀਜ਼ਾਂ ਦੀ, ਉਸ ਬਿਊਟੀ ਦੀ ਇੰਨੀ ਤਾਕਤ ਹੈ ਕਿ ਉਹਨੇ ਪੋਇਟ ਨੂੰ ਕਿੰਨੀਆਂ ਲੰਬੀਆਂ ਸੋਚਾਂ ਵਿੱਚ ਪਾਤਾ।
right? When old age shall this generation waste, you shall remain in midst of other woe than ours, a friend to man. एंड वो कह रहे कि देखो साडी जनरेशन तो ਅਸੀਂ ओल्ड हो जाना एक दिन मर जाना है बट तू तो फिर भी रहेगा ਇੱਥੇ वाई बिकॉज no doubt it's a non-living thing and it has been staying since such a long time, right? So An nu तो कुछ नहीं होना, right? An is going to stay like that only in midst of other woe then ours, a friend to man to whom you say. ठीक है, तो एक काइंड ऑफ ओ पोएट इमेजिन कर रहा है दैट दिस अर्न इज अ फ्रेंड टू मैन, राइट? एंड ही सेज what we need to know, मतलब you are giving us this message, the urn is giving this message कि beauty is truth, truth beauty, that is all you know on earth and all you need to know. ठीक है, beauty is truth, truth beauty है, बहुत ही important lines है, right? जिਵੇਂ ना जॉन कीट्स ਦੀਆਂ कुछ lines बहुत famous हुई हैं, ਹਾਲੇ ਵੀ ਉਹ ਕਿਤੇ ਨਾ ਕਿਤੇ ਜਿਵੇਂ ਤੁਸੀਂ ਸੁਣਿਆ ਹੋਵੇਗਾ a thing of beauty is joy forever, right? Because he used to write about beautiful things, praising beautiful things, praising the beauty of nature, beauty of people, right? Beauty of love, ਇਦਾਂ ਦੀਆਂ ਮਤਲਬ ਚੀਜ਼ਾਂ ਐਬਸਟਰੈਕਟ ਥਿੰਗਸ ਦੇ ਬਾਰੇ ਵੀ ਲਿਖਿਆ ਸੀਗਾ। ਤੇ ਇੱਥੇ ਵੀ ਹੁਣ ਆ ਸਾਰਾ ਤੁਸੀਂ ਰਿਅਲਾਈਜ਼ ਕਰੋਗੇ ਕਿ ਇਹ ਵੀ ਆਨ ਦੀ ਪ੍ਰੇਜ਼ ਵਿੱਚ ਪੂਰੀ ਪੋਇਮ ਲਿਖੀ ਗਈ ਹੈ, right? And this is what he says, beauty is truth, truth beauty, that is all you know on earth and all you need to know। ठीक है, कहता कि देखो अपनी लाइफ की सच्चाई ही यह है कि जो सच है वो सोना है, जो सोना है वो सच है, राइट? इफ वी एक्सेप्ट कि एवरीथिंग अराउंड अस इज ब्यूटीफुल, राइट? एवरीथिंग अराउंड अस व्हिच वी कैन सी व्हिच इज द ट्रूथ एंड इट इज ब्यूटीफुल, दैट इज ऑल वी नीड टू नो इन दिस लाइफ, राइट? अपन इस तो ज्यादा कोई कॉम्प्लिकेट करने की लोड़ नहीं है, कोई होर पंगियां च पैण की लोड़ नहीं है। एंड एक तो ये भी है कि हमेशा अपने अराउंड की ब्यूटी एप्रीशिएट करो, डोंट ऑलवेज भी कि आह चीज ठीक नहीं है, आह चीज इदा नहीं है, राइट? So this is the message being given. So I think बच्चे for today like we have read the poem, so that is good enough। ठीक है, अपन ना next वाले विच अपनी यदि वो करांगे stanza to stanza explanation, right? In case you guys want to अपन यदि ना summary completely फटाफट read कर लेने हैं। So in the first stanza, the speaker stands before an ancient Grecian urn and addresses it. He is preoccupied with its depiction of pictures frozen in time. It is the still unravished bride of quietness, the foster child of silence and slow time. He also describes the urn as a historian that can tell a story. He wonders about the figures on the side of the urn and asks what legend they depict and from where they come. He looks at a picture that seems to depict a group of men pursuing a group of women and wonders what their story could be. What mad pursuit, what struggle to escape, what pipes and timbrels, what wild ecstasy. So बच्चे, I hope तो आप फर्स्ट स्टैंजा से समझ आ गया? Yes or no? हाँ जी बच्चे? Yes. हाँ जी, किरण, हरभजन, आकाशदीप, समीर। So I hope you are getting right. So inna beta यदि ना इतनी टेंशन ना लो, I understand it's a bit complicated, right? But once you know we'll read it once, twice, thrice, अपने the questions देखेंगे तो अनु easy हो जाएगा। बाकी ये नहीं सोचना कि मैंने totally सारा कुछ ऐसा समझ आना ही चाहिए, ठीक है? ये क्योंकि लैंग्वेज देखो ये पहला की लिखी हुई है, थोड़ा जिहा ये ਤੁਹਾਨੂੰ ना मतलब वो लगेगा कि मतलब ये मुश्किल ਆਪਾਂ ਨੂੰ फील ਹੁੰਦਾ ही है कि ਇਹਨੂੰ करना, क्योंकि ये लैंग्वेज भी पहले टाइम दी है, राइट? सो बट वी वोंट वरी अबाउट इट, ਆਪਾਂ जो ਇਹਦੇ ਤੇ ਆਪਾਂ ਨੂੰ मतलब ਇਹਨੂੰ ਐਸ ਸਿੰਪਲੀਫਾਈ ਜਿੰਨਾ ਆਪਾਂ ਕਰ ਸਕਦੇ ਆਪਾਂ ਉਨਾ ਕਰਕੇ ਇਹਨੂੰ ਪੜਾਂਗੇ। So let's talk about the second stanza. The speaker looks at another picture on the urn, this time of a young man playing a pipe, lying with his lover beneath a glade of trees. The speaker says that the piper's unheard melodies are sweeter than mortal melodies because they are unaffected by time। ठीक है, ਹੁਣ बेटा ਇਹ ਜਿਹੜਾ ਉਹੀ ਆਪਾਂ ਗੱਲ ਕਰ ਰਹੇ ਸੀ, ਦੋ lovers बैठे हुए, right? There's a one young man and another young woman, right? So this young man himself is playing a pipe for his beloved, right? Now he says कि ਇਹਨਾਂ ਦਾ ਜਿਹੜਾ music है that is more sweeter, why? Because देखो ਇਹ ਤਾਂ time ਵਿੱਚ कैद हो गया, it is unaffected by time, it is still going on, right? So you see the poet is imagining कि देखो ये वाला scene ਜਿਹੜਾ ਵੀ ਇੱਥੇ show ਕੀਤਾ ਹੋਇਆ ਆਂਦੇ ਹੈ ਤਾਂ ਹਲੇ ਵੀ ਇਦਾਂ ਹੀ ਚੱਲ ਰਿਹਾ ਹੋਏਗਾ, ठीक है जी? He tells the youth that though he can never kiss his lover because he is frozen in time, he should not grieve because her beauty will never fade।
right? In the third stanza, he looks at the trees surrounding the lovers and feels happy that they will never shed their leaves. He is happy for the piper because his songs will be forever new, and happy that the love of the boy and the girl will last forever, unlike mortal love, which lapses into breathing human passion and eventually vanishes, leaving behind only a burning forehead and a parching tongue. ठीक है बेटा, ਹੁਣ ਇਹ ਨਾ burning forehead and a parching tongue ਇਹ reference ਦਿੱਤੀ ਹੋਈ ਹੈ I think TB ਨੂੰ ਜਾਂ it is also a reference to when very high fever, right? So somebody has very high fever on the parching tongue ਤੇ ਤੁਹਾਡਾ ਮੂੰਹ ਸੁੱਕਦਾ ਹੈ, right? Burning forehead ਤੁਹਾਡਾ forehead ਬਹੁਤ ਗਰਮ ਹੁੰਦਾ ਹੈ। So he is ਜਿਵੇਂ poet ਇੱਥੇ ਨਾ ਆਪਣੇ ਹੁਣ ਦੇ time ਦੀ ਵੀ ਸੋਚ ਰਿਹਾ ਹੈ ਤੇ ਉਹ ਇਹਨੂੰ ਉਹਨੂੰ ਆਪਣੇ right now ਵਾਲੀ ਆਪਣੀ reality ਨੂੰ ਉਹ ਆਪਣੀਆਂ imagination ਨਾਲ compare ਕਰ ਰਿਹਾ ਕਿ ਇਹ ਸਾਡੇ ਨਾਲ ਤਾਂ ਇਹੀ ਚੰਗੇ ਹੈ ਕਿ ਇਹਨਾਂ ਦਾ ਦੇਖੋ frozen ne, they are in frozen in time, they will always remain like that, right? They will always be happy, the trees around them will always remain green, ठीक है? जिवें वो कह रहे कि अपने mortal ਉਹਦੇ ਵਿੱਚ ਤਾਂ people die and the love is ended, ठीक है? Love ends with people, right? ਹੁਣ ਜਿਵੇਂ ਜਦੋਂ ਲੋਕ ਚਲੇ ਗਏ ਤਾਂ ਉਹ relationship ਵੀ ਚਲਾ ਗਿਆ, right? So moving further, in the second and third stanzas, he examines the picture of the piper playing to his lover beneath the trees. Here the speaker tries to imagine what the experience of the figures on the urn must be like. He tries to identify with them. He is tempted by their escape from temporality and attracted to the eternal newness of the piper's unheard song and the eternally unchanging beauty of his lover. Eternal is something which is forever, ठीक है? तो ਹੁਣ temporality बेटा, temporality means you know ਜਿਹੜੇ ਆਪਣੇ time constraints ਹੁੰਦੇ ਆ, temporality is the time, right? ਜੇ ਆਪਾਂ temporal ਕਹਿੰਦੇ ਆ ਨਾ ਤਾਂ that is it is always related to time, temporal power, ਠੀਕ ਹੈ? So he is tempted by their escape from temporality ਕਿ ਜਿਹੜਾ ਆਪਣਾ time ਦੀ ਬੰਦਿਸ਼ ਹੈ ਇਹ ਉਸ ਤੋਂ escape ਕਰ ਚੁੱਕੇ ਆ ਕਿਉਂਕਿ ਇਹ ਤਾਂ kind of they are living forever because they are caught on that urn, and the picture ਉੱਥੇ capture ਹੋ ਗਈ, right? Then he says he thinks that their love is far above all transient human passion, which is in its sexual expression inevitably leads to an abatement of intensity. When passion is satisfied, all that remains is a wearied physicality, a sorrowful heart, a burning forehead, and a parching tongue. So he says कि unlike ਜਿਹੜਾ ਆਪਣਾ ਇੱਥੇ ਦਾ love ਹੈ ਇਹ ਉਹਨੂੰ ਕਹਿ ਰਿਹਾ ਕਿ ਆਪਣੇ ਇੱਥੇ ਜਿਹੜਾ ਹੁਣ ਅੱਜਕੱਲ ਤੁਸੀਂ ਦੇਖਦੇ ਹੋ that does not last long, right? Why ਇੱਕ ਤਾਂ ਚਲੋ maybe we are not as human beings that you know dedicated to each other, and he also says ਕਿ ਇੱਥੇ ਤਾਂ once the you know somebody dies ਤਾਂ ਉਹਨਾਂ ਦੀ relationship ਵੀ ਉਹਨਾਂ ਦੇ ਨਾਲ ਖਤਮ ਹੋ ਜਾਂਦੀ ਹੈ, but ਇਹਨਾਂ ਦਾ ਜਿਹੜਾ love ਹੈ that has been etched forever, ਉਹ ਤਾਂ ਇੱਕ ਹਮੇਸ਼ਾ ਵਾਸਤੇ capture ਹੋ ਗਿਆ, right? His recollection of these conditions seems to remind the speaker that he is inescapably subject to them, and he abandons his attempt to identify with the figures on the urn. ਹੁਣ ਬੇਟਾ ਇੱਥੇ ਨਾ ਜੇ ਆਪਾਂ ਜਦੋਂ ਵੀ ਕੋਈ poem ਸਮਝਣੀ ਹੈ ਨਾ ਜਾਂ even if you want to understand some novel very carefully, what is important is to also remember what the poet was going through when he wrote that poem. ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ John Keats he died at a very young age, ਠੀਕ ਹੈ? He had tuberculosis and ਉਹਨਾਂ ਨੂੰ ਇਸ ਚੀਜ਼ ਦਾ ਪਤਾ ਵੀ ਚੱਲ ਗਿਆ ਸੀ ਪਹਿਲਾਂ, so we always had that ਕਿ ਮੇਰਾ ਤਾਂ ਟਾਈਮ ਬਹੁਤ ਘੱਟ ਹੈ ਤੇ ਮੈਂ ਤਾਂ ਚਲੇ ਜਾਣਾ, ਠੀਕ ਹੈ? ਤੇ ਇਹੀ ਸੇਮ ਚੀਜ਼ ਨਾ ਉਹਨਾਂ ਦੀਆਂ ਪੋਇਮਸ ਵਿੱਚ ਵੀ ਰਿਫਲੈਕਟ ਹੁੰਦੀ ਹੈ। ਹੁਣ ਜਿਵੇਂ ਤੁਸੀਂ ਇੱਥੇ ਦੇਖੋਗੇ ਇਹ ਪੋਇਟ ਚਾਹੁੰਦਾ ਕਿ ਇਹ ਵੀ ਉਦਾਂ ਹੀ ਅਰਨ ਵਿੱਚ ਹੋਵੇ ਤੇ ਉਹਨਾਂ ਦੀ ਤਰ੍ਹਾਂ ਹੀ ਇਹਨੂੰ ਵੀ ਟਾਈਮ ਦਾ ਕੋਈ ਬੰਦਿਸ਼ ਨਾ ਰਹੇ, ਇੱਕ ਐਸਕੇਪ ਕਰਦੇ ਆ ਟਾਈਮ ਵਿੱਚੋਂ, ਠੀਕ ਹੈ? ਕਿ ਹਮੇਸ਼ਾ ਵਾਸਤੇ ਜਿੱਥੇ ਹਮੇਸ਼ਾ ਹੀ ਚੱਲ ਰਿਹਾ ਸੇਮ ਸੀਨ ਕਿ ਪੋਇਟ ਵੀ ਉੱਥੇ ਹੋਏ ਤੇ ਉਸ ਚੀਜ਼ ਦਾ ਪਾਰਟ ਹੋਏ, ਠੀਕ ਹੈ? ਜਿਵੇਂ ਉਹ ਪਹਿਲਾਂ ਸੋਚ ਰਹੇ ਸੀ ਕਿ ਮੁੰਡੇ ਤੇ ਕੁੜੀਆਂ ਦਾ ਗਰੁੱਪ ਕਿਤੇ ਜਾ ਰਿਹਾ, ਕਿਉਂ ਜਾ ਰਿਹਾ, ਕੀ ਕਰ ਰਹੇ ਹੋਣਗੇ, ਠੀਕ ਹੈ? ਇੱਕ ਜਗ੍ਹਾ ਤੇ ਸਾਰੇ ਲੋਕ ਇਕੱਠੇ ਹੋਏ ਹੋਏ ਨੇ, ਕੋਈ ਉਹ ਕਰਨ ਲੱਗੇ ਸੈਕਰੀਫਾਈਸ ਜਾਂ ਮੇਬੀ ਕੋਈ ਪੂਜਾ, ਤੇ ਉਹ ਕਿਉਂ ਕਰ ਰਹੇ ਹੋਣਗੇ, ਰਾਈਟ? ਸੋ ਹੀ ਇਜ਼ ਵੈਰੀ ਈਗਰ ਟੂ ਜੁਆਇਨ them, ਜੇ ਤੁਸੀਂ ਪੜੋ ਨਾ ਤਾਂ he has this desire to be one with them. However, in the end he realizes that he cannot escape from what his present situation is,